ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਦੇ ਉੱਪਰ ਤੇ ਅਹਿਮ ਖਬਰਾਂ ਦੇ ਉੱਪਰ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪਰਮਿੰਦਰ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਧੰਨਵਾਦ ਸੁਖਵਿੰਦਰ ਜੀ। ਪਰਮਿੰਦਰ ਜੀ, ਇਸ ਤਰੀਕੇ ਦੇ ਨਾਲ ਕੱਲ੍ਹ ਕਿਸਾਨਾਂ ਦੀ ਮੀਟਿੰਗ ਹੋਈ। ਪਹਿਲਾਂ ਕਿਸਾਨਾਂ ਦੀ ਮੀਟਿੰਗ ਹੋਣ ਤੋਂ ਪਹਿਲਾਂ ਜਿਹੜੀ ਮੀਟਿੰਗ ਉਹਨਾਂ ਦੀ ਹੋਈ ਹੈ ਉਹ ਪੰਜਾਬ ਸਰਕਾਰ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਦੇ ਨਾਲ ਹੋਈ। ਉਹ ਕੁਝ ਅਪੀਲ ਲੈ ਕੇ ਗਏ ਸੀ। ਉਸ ਤੋਂ ਬਾਅਦ ਮੀਟਿੰਗ ਆਪਣੀ ਹੋਈ ਕਿਸਾਨਾਂ ਦੀ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕੁਝ ਫੈਸਲੇ ਲਏ ਗਏ। ਕਿਵੇਂ ਦੇਖਦੇ ਆ ਉਹਨਾਂ ਫੈਸਲਿਆਂ ਨੂੰ ਤੇ ਆਉਣ ਵਾਲੀਆਂ ਪ੍ਰਸਥਿਤੀਆਂ? ਦੇਖੋ, ਇੱਕ ਸਾਂਝੇ ਤੌਰ 'ਤੇ ਸੁਖਵਿੰਦਰ ਜੀ ਆਪਾਂ ਕਹਿ ਲਓ ਕਿ ਇੱਕ ਅੰਦੋਲਨ ਜਿਹੜਾ ਹੁਣ ਦੁਬਾਰਾ ਨਵੇਂ ਸਿਰ ਤੋਂ ਵਿੱਢਿਆ ਜਾ ਰਿਹਾ ਹੈ। 30 ਜਥੇਬੰਦੀਆਂ ਵੱਲੋਂ ਇੱਕ ਫੈਸਲਾ ਲਿਆ ਗਿਆ ਕੱਲ੍ਹ ਦਿੱਲੀ ਦੀ ਮੀਟਿੰਗ ਤੋਂ ਬਾਅਦ, ਜਿਹੜੀ ਨਾਕਾਮ ਰਹੀ ਹੈ। ਹਾਲਾਂਕਿ ਕੁਝ ਜਥੇਬੰਦੀਆਂ ਨੂੰ ਬੇਸਿੱਟਾ ਨਹੀਂ ਸਮਝਦੀਆਂ। ਉਹ ਕਹਿੰਦੇ ਵੀ ਸਾਰਥਕ ਗੱਲਬਾਤ ਵੀ ਇੱਕ ਸਿੱਟਾ ਹੁੰਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਫੈਸਲਾ ਲੈਣ ਲਈ ਜਿਹੜੀ ਕੇਂਦਰ ਸਰਕਾਰ ਮਜਬੂਰ ਹੋ ਜਾਵੇਗੀ। ਜਿੱਦਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਜਾਂ ਜਿੱਦਾਂ ਦਾ ਉਹਨਾਂ ਦਾ ਦਬਾਅ ਬਣਿਆ ਹੋਇਆ ਹੈ, ਜਾਂ ਦਿੱਲੀ ਦੀ ਮੀਟਿੰਗ ਦੇ ਵਿੱਚ ਜਿੱਦਾਂ ਦਬਾਅ ਬਣਾਇਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ, ਤਾਂ ਉਹਦੇ ਤੋਂ ਕੋਈ ਨਾ ਕੋਈ ਜਿਹੜੇ ਪੋਜ਼ੀਟਿਵ ਕਹਿ ਸਕਦੇ ਹਾਂ ਆਪਾਂ ਨੂੰ, ਹਾਂ ਪੱਖੀ ਨਤੀਜੇ ਨੇ ਜਿਹੜੇ ਉਹ ਨਿਕਲ ਸਕਦੇ ਨੇ। ਸੋ ਉਹ ਉਸ ਮੱਦੇ ਨਜ਼ਰ ਉਸ ਮੀਟਿੰਗ ਤੋਂ ਬਾਅਦ ਇੱਕ ਜਿਹੜੀ ਪੰਜਾਬ ਦੀ ਪਹਿਲਾਂ ਹੀ ਤੈਅ ਸੀਗੀ 18 ਤਰੀਕ ਨੂੰ ਜਿਹੜਾ ਫੈਸਲਾ ਲਿਆ ਜਾਊਗਾ, 2 ਟੁਕ ਫੈਸਲੇ ਲੈਣ ਦਾ ਸਮਾਂ ਸੀਗਾ। ਸੋ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਫੈਸਲੇ ਲਏ ਨੇ ਔਰ ਕੇਂਦਰ ਨੂੰ ਐਂ ਕਹਿ ਲਓ ਕਿ ਇੱਕ ਤਰ੍ਹਾਂ ਦੀ ਸਿੱਧੀ ਚੇਤਾਵਨੀ ਦਿੱਤੀ ਆ ਅਤੇ ਕਿਹਾ ਗਿਆ ਕਿ ਇੱਕ ਤਾਂ ਸਾਂਝਾ ਮੋਰਚਾ ਜਿਹੜਾ ਹੈਗਾ ਹੁਣ ਉਹ ਆਪ ਹੱਥਾਂ 'ਚ ਲੈ ਲਗਾ ਕਮਾਂਡ, ਉਹ ਲੜੀ ਜਾਊਗੀ। ਅੰਦੋਲਨ ਦੀ ਜਿਹੜੀ ਸੰਘਰਸ਼ ਦੀ ਜਿਹੜੀ ਜਿੱਤ ਤੱਕ ਹੈ ਉਦੋਂ ਤੱਕ ਇਹ ਲੜਾਈ ਲੜੀ ਜਾਊਗੀ। ਅਤੇ ਉਹ ਜਿਵੇਂ ਰੇਲ ਗੱਡੀਆਂ ਦਾ ਫੈਸਲਾ ਸੀਗਾ ਅਤੇ ਜਾਂ ਦਿੱਲੀ ਜਾਣ ਦਾ 26/27 ਨੂੰ ਫੈਸਲਾ ਸੀਗਾ, ਉਹਦੇ 'ਤੇ ਕਿਸਾਨ ਜਥੇਬੰਦੀਆਂ ਨੇ ਬਹੁਤ ਸਖਤ ਰੁਖ ਅਖਤਿਆਰ ਕਰਿਆ ਹੈ। ਬਕਾਇਦਾ ਤੌਰ 'ਤੇ ਕਹਿ ਦਿੱਤਾ ਗਿਆ ਸਰਕਾਰਾਂ ਨੂੰ ਕਿ ਉਹਦੇ ਰਸਤੇ ਦੇ ਵਿੱਚ ਜੇ ਅੜਚਣਾ ਪਾਉਣਗੀਆਂ ਤਾਂ ਇਹਦੇ ਗੰਭੀਰ ਨਤੀਜੇ ਨਿਕਲਣਗੇ। ਉਹ ਤਾਂ ਆਪਦਾ ਪੂਰੀ ਤਿਆਰੀ ਕਰਕੇ ਦਿੱਲੀ ਵੱਲ ਕੂਚ ਕਰਨਗੇ। ਤਿਆਰੀ ਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਇੱਕ ਟਰੈਕਟਰ ਦੇ ਵਿੱਚ 2 ਟਰਾਲੀਆਂ ਹੋਣਗੀਆਂ ਔਰ ਕਈ ਦਿਨ ਦਾ ਰਾਸ਼ਨ ਜਿਹੜਾ ਹੈਗਾ ਉਹਨਾਂ ਦੇ ਵਿੱਚ ਮੌਜੂਦ ਰਹੇਗਾ, ਤਾਂ ਕਿ ਜਿਹੜਾ ਲੰਮਾ ਸਮਾਂ ਸੰਘਰਸ਼ ਹੈ ਚੱਲੂਗਾ ਅਤੇ ਉਹ ਲੰਮੀ ਇੱਕ ਯੋਜਨਾ ਤਹਿਤ ਹੀ ਅੱਗੇ ਜਾ ਰਹੇ ਨੇ। ਤੁਹਾਨੂੰ ਲੱਗਦਾ ਕਿ ਇਹ ਕਿਸਾਨ ਉੱਥੇ ਪਹੁੰਚ ਪਾਉਣਗੇ? ਕਿਉਂਕਿ ਪਹਿਲਾਂ ਵੀ ਬਹੁਤੀਆਂ ਪਾਰਟੀਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ, ਪਰ ਉਹਨਾਂ ਨੇ ਹਰਿਆਣਾ ਨਹੀਂ ਲੰਘਣ ਦਿੱਤੀ। ਦੇਖੋ, ਹਰਿਆਣਾ ਵਿੱਚ ਆਉਂਦਾ ਤਾਂ ਹਰਿਆਣਾ ਨੂੰ ਪਹਿਲਾਂ ਹੀ ਉਹਨਾਂ ਨੇ ਕਹਿ ਦਿੱਤਾ ਹੈ, ਕਿਸਾਨਾਂ ਨੇ ਕੱਲ੍ਹ ਕਹਿ ਦਿੱਤਾ ਹੈ ਵੀ ਹਰਿਆਣਾ ਸਰਕਾਰ ਆ ਜਿਹੜੀ ਅੜਚਣਾ ਨਾ ਡਾਹੇ। ਕਿਸਾਨਾਂ ਦਾ ਮਸਲਾ ਹੈ। ਕਿਸਾਨ ਸਾਰੇ ਸਟੇਟਾਂ ਦੇ ਵਿੱਚ, ਸਾਰੇ ਰਾਜਾਂ ਸੂਬਿਆਂ ਦੇ ਵਿੱਚ ਕਿਸਾਨ ਹੈਗੇ ਨੇ। ਉਹਨਾਂ ਦੀ ਜਿਣਸਾਂ ਦਾ, ਉਹਨਾਂ ਦੇ ਜਿਣਸਾਂ ਦੇ ਭਾਅ ਦਾ, ਮਾਰਕੀਟਿੰਗ ਦਾ, ਜਿਹਦੇ ਨਾਲ ਕਿਸਾਨੀ ਬਚਦੀ ਹੈ ਜਾਂ ਕਿਸਾਨ ਬਚਦੇ ਨੇ ਜਾਂ ਉਹਨਾਂ ਦੀ ਉਪਜਾਊ ਭੂਮੀ ਹੈ ਜਿਹੜੀ ਉਹ ਬਚਦੀ ਆ, ਅਤੇ ਉਹਦੇ ਵਿੱਚ ਸਰਕਾਰਾਂ ਅੜਿੱਕੇ ਨਾ ਡਾਉਣ। ਅਤੇ ਹਰਿਆਣੇ ਨੂੰ ਬਕਾਇਦਾ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਵਿੱਚ ਨਾ ਆਓ। ਹਰਿਆਣਾ ਸਰਕਾਰ ਨੂੰ ਕਿਹਾ ਕਿ ਹਰਿਆਣਾ ਸਰਕਾਰ ਵਿੱਚ ਨਾ ਆਵੇ। ਅਤੇ ਦਿੱਲੀ ਤੱਕ ਤਾਂ ਜਾਣਗੇ ਕਿਸਾਨ। ਕਈ ਰਸਤਿਆਂ ਦੇ ਵਿੱਚੋਂ ਲੱਖਾਂ ਹੀ ਕਿਸਾਨਾਂ ਦੇ ਉਹਨਾਂ ਨੇ ਪ੍ਰਣ ਲਿਆ ਕੱਲ੍ਹ ਕਿ ਲੱਖਾਂ ਹੀ ਕਿਸਾਨ ਜਿਹੜੇ ਆ ਦਿੱਲੀ ਪਹੁੰਚਣਗੇ। ਹਾਲਾਂਕਿ ਦਿੱਲੀ ਸਰਕਾਰ ਨੇ ਵੀ ਇਹ ਕਹਿ ਤਾ ਕਿ ਇੱਥੇ ਜਿਹੜਾ ਹੈਗਾ ਇਕੱਠ ਨਹੀਂ ਕਰਨ ਦਿੱਤਾ ਜਾਊਗਾ। ਇੱਕ ਨਵੀਂ ਚਾਲ ਕਹਿ ਸਕਦੇ ਆਪਾਂ ਕਿ ਦਿੱਲੀ ਸਰਕਾਰ ਦੀ, ਕੇਂਦਰ ਦੀ ਨਹੀਂ, ਦਿੱਲੀ ਸਰਕਾਰ ਕੇਜਰੀਵਾਲ ਦੀ ਹੈਗੀ ਹੈ ਕਿ ਉਹਨਾਂ ਨੇ ਕਹਿ ਤਾ ਜਿਵੇਂ ਵਿਆਹਾਂ 'ਤੇ ਪਾਬੰਦੀਆਂ ਲਾਤੀਆਂ, ਕਰੋਨਾ ਦੇ ਕੇਸ ਵੱਧ ਰਹੇ ਨੇ ਅਤੇ 50 ਬੰਦੇ ਹੀ ਵਿਆਹ 'ਚ ਆਓ, ਪਰ ਆਮ ਆਦਮੀ ਪਾਰਟੀ ਵੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਜਿਹੜੇ ਹੈਗੇ ਆ ਕਿਸਾਨਾਂ ਦੇ ਨਾਲ ਜਾਵਾਂਗੇ। ਜੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਜਾਣਾ ਚਾਹੁੰਦੀ ਹੈ ਪੰਜਾਬ ਦੀ, ਤਾਂ ਫਿਰ ਕੇਜਰੀਵਾਲ ਸਰਕਾਰ ਜੇਕਰ ਰੋਕਦੇ ਆ ਤਾਂ ਕੀ ਆਮ ਆਦਮੀ ਪਾਰਟੀ ਦੀ ਰਣਨੀਤੀ? ਦੇਖੋ, ਉੱਥੇ ਤਾਂ ਰੋਕ ਤਾਂ ਪਹਿਲਾਂ ਹੀ ਲੱਗ ਰਹੀ। ਉਹੀ ਦੱਸ ਰਿਹਾ ਸੀ ਮੈਂ ਕਿ ਉਹ 50 ਬੰਦਿਆਂ ਦਾ ਇਕੱਠ ਕਰਤਾ ਉਹਨਾਂ ਨੇ। ਉਹ ਇਸੇ ਮੱਦੇ ਨਜ਼ਰ ਰੱਖਿਆ ਕਿ ਜੇ ਕੱਲ੍ਹ ਨੂੰ ਕਿਸਾਨ ਆਉਂਦੇ ਨੇ ਤਾਂ ਉਹ ਕਰੋਨਾ ਦਾ ਬਹਾਨਾ ਲਾ ਕੇ ਇਹਨਾਂ ਨੂੰ ਰੋਕ ਸਕਣ। ਔਰ ਪਹਿਲਾਂ ਪੁਲਿਸ ਨੇ ਉਹਨਾਂ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹ ਕਿਤੇ ਪੰਜਾਬ 'ਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਜਦੋਂ DC ਦਫ਼ਤਰਾਂ ਦੇ ਅੱਗੇ ਜਾਂ ਕਿਸੇ CM ਦੇ ਕੋਠੀ ਦੇ ਅੱਗੇ ਜਾਂ CM ਦਫ਼ਤਰ ਦੇ ਅੱਗੇ ਧਰਨਾ ਲਾਉਂਦੇ ਨੇ ਤਾਂ ਉਹ ਕਿਹੜਾ ਪਰਮਿਸ਼ਨ ਲੈਂਦੇ ਨੇ। ਵੀ ਹੁਣ ਜੇ ਦਿੱਲੀ ਜਾ ਕੇ ਧਰਨਾ ਲਾਉਣਾ ਪਿਆ ਤਾਂ ਉਹਨੂੰ ਪਰਮਿਸ਼ਨ ਦੀ ਲੋੜ ਨਹੀਂ, ਉਹ ਆਪ ਹੀ ਬਕਾਇਦਾ ਤੌਰ 'ਤੇ ਕਹਿ ਸਕਦੇ ਹਾਂ ਕਿ ਜੇ ਕਿਸਾਨ ਉੱਥੇ ਜਾਂਦੇ ਆ ਤਾਂ ਆਮ ਆਦਮੀ ਪਾਰਟੀ ਵੀ ਨਾਲ ਜਾਊਗੀ। ਤਾਂ ਜੇਕਰ ਦਿੱਲੀ ਸਰਕਾਰ ਉੱਥੇ ਰੋਕਦੀ ਹੈ ਤਾਂ ਪੰਜਾਬ ਆਮ ਆਦਮੀ ਪਾਰਟੀ ਤੇ ਦਿੱਲੀ ਸਰਕਾਰ ਦਾ ਆਪਸੀ ਟਕਰਾਅ ਹੋ ਸਕਦਾ, ਜਾਨੀ ਕੇਜਰੀਵਾਲ? ਨਹੀਂ, ਪਹਿਲੀ ਤਾਂ ਗੱਲ ਜੇ ਪੰਜਾਬ ਦੇ ਜਿਹੜੀ ਇਕਾਈ ਹੈਗਾ ਆਮ ਆਦਮੀ ਪਾਰਟੀ ਦੀ, ਉਹ ਇੰਨਾ ਮੇਰੇ ਖਿਆਲ ਨਾਲ ਹੌਸਲਾ ਨਹੀਂ ਕਰਦੀ। ਜੇ ਇਹਨਾਂ ਨੂੰ ਹਾਈ ਕਮਾਂਡ ਦੀ ਇਜਾਜ਼ਤ ਨਹੀਂ ਹੋਊ, ਜਾਣੀ ਕਿ ਕੇਜਰੀਵਾਲ ਦੀ ਇਜਾਜ਼ਤ ਨਹੀਂ ਹੋਏਗੀ, ਤਾਂ ਇਹ ਦਿੱਲੀ ਨਹੀਂ ਜਾਣਗੇ। ਜੇ ਇਹ ਆਪਣੇ ਪ੍ਰੈਸ ਕਾਨਫਰੰਸ ਕਰਕੇ ਮੀਤ ਹੇਰ ਤੇ ਅਨਮੋਲ ਗਗਨ ਮਾਨ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਜ਼ਰੂਰ ਜਾਵਾਂਗੇ ਕਿਸਾਨਾਂ।
ਨਹੀਂ ਉਹ ਗੱਲ ਉਹੀ ਹੈ ਕਿ ਜੇ ਕੇਜਰੀਵਾਲ ਦੀ ਇਜਾਜ਼ਤ ਹੋਏਗੀ ਤਾਂ ਹੀ ਜਾਣਗੇ, ਜੇ ਕੇਜਰੀਵਾਲ ਦੀ ਇਜਾਜ਼ਤ ਨਹੀਂ ਹੋਏਗੀ ਤਾਂ ਇਹ ਨਹੀਂ ਜਾਂਦੇ। ਇਹ ਜੇ ਜਾਣਗੇ ਤਾਂ ਟਕਰਾਅ ਦੀ ਸੰਭਾਵਨਾ ਨਹੀਂ ਹੋਏਗੀ, ਕਿਤੇ ਨਾ ਕਿਤੇ ਕੇਜਰੀਵਾਲ ਦੀ ਹਾਂ ਹੋਏਗੀ ਵੀ ਜਾ ਆਓ, ਜਿਹੜਾ ਬੁੱਤਾ ਸਰਦਾ ਸਾਰੇ ਆਓ। ਬੁੱਤਾ ਤਾਂ ਸਰਦਾ ਠੀਕ ਹੈ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਮਨਾ ਕਰਤਾ ਨਾ ਉੱਥੋਂ ਵੀ ਅਸੀਂ ਇੱਥੇ ਇਜਾਜ਼ਤ ਨਹੀਂ ਦੇ ਸਕਦੇ। ਹਾਂ ਉਹ ਦੇਖੋ ਦਿੱਲੀ ਦੀ ਪਾਲਿਸੀ ਲੱਗ ਗਿਆ, ਅਸੀਂ ਪਹਿਲਾਂ ਹੀ ਕਹਿੰਦੇ ਹਾਂ ਵੀ ਜਿਹੜਾ ਹਰ ਇੱਕ ਸੂਬੇ ਦਾ ਆਪਣਾ ਆਧਾਰ ਹੈਗਾ, ਹਰ ਇੱਕ ਸੂਬੇ ਦੇ ਆਪਣੇ ਸਥਿਤੀ ਹੈ, ਆਪਣੇ ਕਾਰਨ ਨੇ, ਠੀਕ ਹੈ। ਅਤੇ ਉਹਨੂੰ ਪਹਿਲਾਂ ਵੀ ਇਹ ਗੱਲ ਹੋਈ ਸੀ ਜਦੋਂ 2017 'ਚ ਚੋਣਾਂ ਸੀਗੀਆਂ, ਉਦੋਂ ਵੀ ਇਹ ਗੱਲ ਹੋਈ ਸੀ ਵੀ ਦਿੱਲੀ ਦੀ ਨੀਤੀਆਂ ਨੇ ਜਿਹੜੀਆਂ ਉਹ ਪੰਜਾਬ 'ਤੇ ਲਾਗੂ ਨਹੀਂ ਹੋ ਸਕਦੀਆਂ। ਉੱਥੋਂ ਦਾ ਵਾਤਾਵਰਨ ਅਲੱਗ ਹੈ, ਪੋਲੀਟਿਕਸ ਅਲੱਗ ਹੈ ਅਤੇ ਇੱਥੋਂ ਦੀ ਅਲੱਗ ਹੈ। ਅਤੇ ਪਹਿਲਾਂ ਵੀ ਇਹੀ ਮੰਗ ਹੁੰਦੀ ਰਹੀ ਹੈ ਕਿ ਦਿੱਲੀ ਜਿਹੜੀ ਹੈਗੀ ਆ ਉਹ ਪੰਜਾਬ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਨਾ ਕਰੇ, ਪੰਜਾਬ ਇਕਾਈ ਦੇ। ਅਤੇ ਅੱਜ ਵੀ ਜੇ ਖੁਦ ਮੁਖਤਿਆਰੀ ਲੈ ਕੇ ਇਹ ਚੱਲਦੇ ਨੇ ਪੰਜਾਬ ਦੇ ਲੋਕਾਂ ਦੇ ਲਈ, ਤਾਂ ਕੇਜਰੀਵਾਲ ਤਾਂ ਆਪਣੀ ਦਿੱਲੀ ਦੀ ਗੱਲ ਕਰੇਗਾ ਨਾ। ਜੇ ਉਹਨੂੰ ਦਿੱਲੀ 'ਚ ਲੱਗਦਾ ਕਿ ਰੋਕਣਾ ਪਏਗਾ ਤਾਂ ਰੋਕੇਗਾ ਉਹ, ਠੀਕ ਹੈ। ਜੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੂੰ ਚਾਹੀਦਾ ਪੰਜਾਬ ਇਕਾਈ ਨੂੰ ਕਿ ਲੋਕਾਂ ਨਾਲ ਚੱਲ ਕੇ ਹੀ ਫਾਇਦਾ ਹੈ, ਤਾਂ ਦਿੱਲੀ ਦੀ ਸਰਕਾਰ ਨੂੰ ਕੇਜਰੀਵਾਲ ਨੂੰ ਇਗਨੋਰ ਕਰਨਾ ਪਏਗਾ। ਜੇਕਰ ਇਹ ਦੋਹਰਾ ਮਾਪਦੰਡ ਅਪਣਾਉਂਦੇ ਨੇ ਕੋਈ ਪਹਿਲਾ ਮੌਕਾ ਨਹੀਂ ਹੋਊਗਾ, ਕਿਉਂਕਿ ਪਾਣੀਆਂ ਦੇ ਮੁੱਦੇ ਤੇ ਪ੍ਰਦੂਸ਼ਣ ਦੇ ਮੁੱਦੇ ਤੇ ਵੀ ਕੇਜਰੀਵਾਲ ਅਜਿਹਾ ਰੁਖ ਅਪਣਾ ਚੁੱਕੇ। ਹਾਂ ਉਹ ਦੇਖੋ ਦੂਜੀਆਂ ਪਾਰਟੀਆਂ ਨੂੰ ਨਾਲ ਲੈ ਕੇ ਵੀ ਚੱਲਦੇ ਨੇ, ਦੂਜੀਆਂ ਪਾਰਟੀਆਂ ਦੀ ਰਣਨੀਤੀ ਕਿੱਦਾਂ ਦੀ ਹੋਏਗੀ ਉਹ ਤੋਂ ਵੱਖਰਾ ਚੱਲਣ ਦੀ ਕੋਸ਼ਿਸ਼ ਕਰਦੇ ਰਹੇ ਆ। ਜਿਵੇਂ ਪਹਿਲਾਂ ਦੇਖੋ ਤੁਸੀਂ ਵਿਧਾਨ ਸਭਾ ਦੇ ਵਿੱਚ ਕਾਂਗਰਸ ਵੇਲੇ ਕਾਂਗਰਸ ਨੇ ਮਤੇ ਪਾਸ ਕੀਤੇ ਸੀਗੇ, ਅਤੇ ਇਹਨਾਂ ਨੇ ਕੀ ਕੀਤਾ, ਉਹ ਤੋਂ ਪਹਿਲਾਂ ਗ੍ਰਾਮ ਸਭਾ ਦੇ ਵੱਲ ਜਾਓ ਜੀ, ਗ੍ਰਾਮ ਸਭਾ ਸੱਦੋ ਜੀ, ਮਤੇ ਪਾਓ ਜੀ, ਅਤੇ ਪਹਿਲਾਂ ਉਹਨੂੰ ਸਮਰਥਨ ਕਰਤਾ, ਉਸ ਤੋਂ ਬਾਅਦ ਕਹਿਤਾ ਜੀ ਨਹੀਂ ਸਾਨੂੰ ਪੜ੍ਹਾਇਆ ਨਹੀਂ ਗਿਆ, ਸਾਨੂੰ ਪਤਾ ਨਹੀਂ ਸੀ ਇੱਦਾਂ ਦੀਆਂ ਪਾਲਿਸੀਆਂ ਲੈ ਕੇ ਆਊਗੇ ਕੈਪਟਨ ਸਰਕਾਰ। ਅਤੇ ਇਹ ਮਤਭੇਦ ਤਾਂ ਚੱਲਦੇ ਹੀ ਰਹਿੰਦੇ ਨੇ। ਇਹ ਦੂਜੀਆਂ ਪਾਰਟੀਆਂ ਦੀਆਂ ਰਣਨੀਤੀ ਕੀ ਹੋਏਗੀ ਉਹਦੇ ਉਲਟ ਇਹਨਾਂ ਨੇ ਜਾਣਾ ਹੀ ਜਾਣਾ। ਜੇ ਦੂਜੀਆਂ ਪਾਰਟੀਆਂ ਨਹੀਂ ਜਾਣਗੀਆਂ ਤਾਂ ਇਹ ਜਾਣਗੇ, ਜੇ ਦੂਜੀਆਂ ਪਾਰਟੀਆਂ ਜਾਣਗੀਆਂ ਤਾਂ ਅਲੱਗ ਸੰਘਰਸ਼ ਕਰਨਗੇ, ਹੋਰ ਤਰ੍ਹਾਂ ਦਾ ਚੱਲਣਗੇ। ਸੋ ਗੱਲ ਤਾਂ ਇਹ ਹੈ ਕਿ ਇਹਨਾਂ ਦਾ ਆਪਸੀ ਟਕਰਾਅ ਨਹੀਂ ਹੋ ਸਕਦਾ। ਗੱਲ ਹੈਗੀ ਖੁਦ ਮੁਖਤਿਆਰੀ ਦੀ। ਜੇ ਖੁਦ ਮੁਖਤਿਆਰੀ ਇਹ ਆਪ ਆਪਣੇ ਹੱਥਾਂ 'ਚ ਲੈਂਦੇ ਨੇ ਪੰਜਾਬ ਦੇ, ਆਮ ਆਦਮੀ ਪਾਰਟੀ ਦੀ ਇਕਾਈ ਹੈ ਜਿਹੜੀ ਕਿ ਪੰਜਾਬ ਦੇ ਫੈਸਲੇ ਇਹ ਆਪ ਪੰਜਾਬ ਦੀ ਇਕਾਈ ਕਰੇਗੀ, ਤਾਂ ਇਹਨਾਂ ਨੂੰ ਜਾਣਾ ਚਾਹੀਦਾ। ਜੇ ਉੱਥੇ ਜਾ ਕੇ ਰੋਕਦੇ ਆ ਤਾਂ ਇਹਨਾਂ ਨੂੰ ਪੁੱਛਣਾ ਚਾਹੀਦਾ ਕੇਜਰੀਵਾਲ ਸਰਕਾਰ ਨੂੰ, ਅਤੇ ਕਿ ਬਈ ਕੇਜਰੀਵਾਲ ਅਸੀਂ ਪੰਜਾਬ ਦੇ ਲੋਕਾਂ ਲਈ ਆਏ ਹਾਂ, ਤੂੰ ਸਾਨੂੰ ਕਿਉਂ ਰੋਕ ਰਿਹਾ, ਪੰਜਾਬ ਦੇ ਲੋਕਾਂ ਨੂੰ ਕਿਉਂ ਰੋਕ ਰਿਹਾ। ਫਿਰ ਸਥਿਤੀ ਸਭ ਸਪਸ਼ਟ ਵੀ ਹੋ ਸਕਦੀ ਹੈ। ਜਿਹੜੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਕੇਜਰੀਵਾਲ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ, ਜਾਂ ਉਹ ਕਹਿੰਦੇ ਨੇ ਕਿ ਪੰਜਾਬ ਦੇ ਹਿੱਤਾਂ ਦੀ, ਕੁਛ ਕਹਿੰਦੇ ਨੇ ਵਿਰੋਧੀ ਕਹਿੰਦੇ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਦਾ, ਤਾਂ ਸਪਸ਼ਟ ਹੋਣਾ ਪਏਗਾ। ਸੋ ਟਕਰਾਅ ਦੀ ਗੱਲ ਤਾਂ ਨਹੀਂ ਆਪਾਂ ਕਰਦੇ, ਹੁੰਦਾ ਤਾਂ ਹਾਈ ਕਮਾਂਡ ਦੀ ਮਰਜ਼ੀ ਨਾਲ ਹੀ ਹੈ ਸਾਰਾ ਕੁਛ। ਅਤੇ ਗੱਲ ਇਹ ਹੁੰਦੀ ਹੈ ਕਿ ਗੋਲ ਮੋਲ ਕਰਕੇ ਕਿਸੇ ਤਰ੍ਹਾਂ ਤਾਂ ਫਿਰ ਦੇਣਾ ਪਊਗਾ ਨਾ, ਜੇ ਕੇਜਰੀਵਾਲ ਉੱਥੇ ਰੋਕੂਗਾ। ਜਵਾਬਦੇਹ ਹੋਣਗੇ ਇਹ ਜਵਾਬ। ਆਮ ਆਦਮੀ ਪਾਰਟੀ ਜਾਵੇ ਚਾਹੇ ਨਾ ਜਾਵੇ, ਜੇ ਕਿਸਾਨਾਂ ਨੂੰ ਵੀ ਉੱਥੋਂ ਰੋਕਦਾ ਕੇਜਰੀਵਾਲ ਤਾਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਲੋਕ ਸਵਾਲ ਤਾਂ ਜ਼ਰੂਰ ਪੁੱਛਣਗੇ। ਬਿਲਕੁਲ ਪੁੱਛਣਗੇ ਜੀ, ਜਵਾਬਦੇਹ ਹੋਣਗੇ ਇਹ ਜਿਹੜੇ ਅੱਜ ਕਿਸਾਨਾਂ ਦੀ ਗੱਲ ਕਰਦੇ ਨੇ, ਜਾਂ ਜਿਵੇਂ ਭਗਵੰਤ ਮਾਨ ਹੋਰੀ ਪਿੰਡ ਪਿੰਡ ਜਾ ਕੇ ਗ੍ਰਾਮ ਸਭਾ ਦੇ ਮਤੇ ਪਾਉਣ ਦੇ ਲਈ ਗਏ ਨੇ, ਪਿੰਡਾਂ ਦੇ ਵਿੱਚ ਮਤੇ ਪਵਾਏ ਨੇ, ਤਾਂ ਅੱਜ ਜੇ ਉਹਨਾਂ ਨੂੰ ਰੋਕਿਆ ਜਾਂਦਾ ਸੰਘਰਸ਼ ਕਰਨ ਤੋਂ, ਦਿੱਲੀ ਸਰਕਾਰ ਰੋਕਦੀ ਹੈ, ਤਾਂ ਜਵਾਬ ਤਾਂ ਦੇਣਾ ਪਏਗਾ। ਹਾਲਾਂਕਿ ਕੇਂਦਰ ਕੋਲ ਤਾਂ ਮੁੱਦਾ ਹੈ, ਕੇਂਦਰ ਤਾਂ ਚਾਹੁੰਦਾ ਕਿ ਮੈਂ ਤਾਂ ਨੀਤੀਆਂ ਲਾਗੂ ਕਰਨੀਆਂ ਨੇ, ਮੈਂ ਕਾਨੂੰਨ ਬਣਾਏ ਨੇ, ਮੈਂ ਤਾਂ ਰੋਕੂ, ਉਹਨੇ ਤਾਂ ਰੋਕਣਾ ਹੀ ਰੋਕਣਾ। ਕਿਸਾਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ, ਕਹਿੰਦੇ ਜੇ ਕੇਂਦਰ ਦੁਬਾਰਾ ਮੀਟਿੰਗ ਬੁਲਾਉਂਦਾ ਤਾਂ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ। ਤੁਹਾਨੂੰ ਲੱਗਦਾ ਕਿ ਮੀਟਿੰਗ ਦੇ ਸਾਰਥਕ ਨਤੀਜੇ ਨਿਕਲ ਸਕਣ, ਕਿਉਂਕਿ ਰੇਲਾਂ ਦੀ ਆਵਾਜਾਈ ਨੂੰ ਲੈ ਕੇ ਜਿਹੜਾ ਬੜੀ ਤਣੀ ਹੋਈ ਆ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ। ਕੇਂਦਰ ਕਹਿੰਦਾ ਕਿ ਤੁਸੀਂ ਪੈਸੇਂਜਰ ਟ੍ਰੇਨਾਂ ਸ਼ੁਰੂ ਕਰਵਾਓ, ਫਿਰ ਅਸੀਂ ਜਿਹੜੀਆਂ ਹੈਗੀਆਂ ਮਾਲ ਗੱਡੀਆਂ ਸ਼ੁਰੂ ਕਰਾਂਗੇ, ਤਾਂ ਕਿਸਾਨ ਆਪਣੀ ਗੱਲ ਤੇ ਅੜੇ ਹੋਏ ਨੇ। ਉਹ ਕਹਿੰਦੇ ਕੱਲ੍ਹ ਉਹਨਾਂ ਨੇ ਫੈਸਲਾ ਲੈ ਲਿਆ, ਉਹ ਕਹਿੰਦੇ ਪਹਿਲਾਂ ਤੁਸੀਂ ਮਾਲ ਗੱਡੀਆਂ ਚਲਾਓ, ਫਿਰ ਅਸੀਂ ਕੁਝ ਸੋਚਾਂਗੇ। ਤਾਂ ਨਾਲ ਹੀ ਨਾਲ ਪੰਜਾਬ ਸਰਕਾਰ ਦੇ ਵੱਲੋਂ ਵੀ ਅਪੀਲ ਕੀਤੀ ਗਈ ਸੀ, ਉਹਨਾਂ ਦੀ ਵੀ ਇਹਨਾਂ ਨੇ ਅਪੀਲ ਠੁਕਰਾ ਦਿੱਤੀ ਹੈ ਕਿਸਾਨਾਂ ਦੇ ਵੱਲੋਂ। ਕਿਸਾਨਾਂ ਤਰਕ ਸੀ ਕਿ ਹੋਰਾਂ ਸੂਬਿਆਂ ਦੇ ਵਿੱਚ ਵੀ ਜਿਹੜੀ ਹੈਗੀ ਆ ਟ੍ਰੇਨਾਂ ਨਹੀਂ ਚੱਲ ਰਹੀਆਂ, ਪੈਸੇਂਜਰ ਟ੍ਰੇਨਾਂ, ਪਰ ਫਿਰ ਵੀ ਉੱਥੇ ਮਾਲ ਗੱਡੀਆਂ ਚੱਲ ਰਹੀਆਂ ਨੇ। ਪਰ ਪੰਜਾਬ ਦੇ ਨਾਲ ਅਜਿਹਾ ਵਿਤਕਰਾ ਕੀਤਾ ਜਾ ਰਿਹਾ, ਜਾਣਬੁੱਝ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸੰਘਰਸ਼ ਮੱਠਾ ਕੀਤਾ ਜਾਵੇ। ਨਹੀਂ, ਉਹ ਸੰਘਰਸ਼ ਨੂੰ ਤਾਂ ਖਤਮ ਕਰਨ ਦੀ ਗੱਲ ਚੱਲਦੀ ਹੋਈ ਹੈ ਨਾ, ਕਿ ਕਿਸੇ ਤਰੀਕੇ ਨਾਲ ਇਹ ਤਾਂ ਐਂ ਕਹਿ ਲਓ ਕਿ ਪੰਜਾਬ ਦੇ ਕਿਸਾਨ ਜਿਹੜੇ ਹੈਗੇ ਹੁਣ ਏਕਤਾ ਕਰਕੇ, ਆਪਸ ਵਿੱਚ ਸਮਝੌਤਾ ਕਰਕੇ ਖੜੇ ਨੇ, ਅੜੇ ਹੋਏ ਨੇ। ਇਹਨਾਂ ਨੂੰ ਹੁਣ ਪਰਵਾਹ ਨਹੀਂ ਹੈ ਕਹਿ ਲਓ ਕਿਸੇ ਦੀ, ਕਿਉਂਕਿ ਚਲੋ ਜੋ ਵੀ ਹੈ ਨੁਕਸਾਨ ਇਹਨਾਂ ਨੂੰ ਪਤਾ ਹੀ ਹੈ, ਸਾਰੇ ਲੋਕਾਂ ਨੂੰ ਪਤਾ ਹੀ ਹੈ ਹੁਣ ਵੀ ਕਿੱਡਾ ਕੁ ਨੁਕਸਾਨ ਹੈ ਇਹਨਾਂ ਕਾਨੂੰਨਾਂ ਦਾ। ਤਾਂ ਉਹ ਹੁਣ ਜਿਹੜੀ ਗੱਲ ਆਈ ਹੈ ਕੱਲ੍ਹ ਦੀ ਮੀਟਿੰਗ 'ਚ, ਉਹ ਵੀ ਇਹੀ ਗੱਲ ਆਈ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਤਿੰਨੇ ਕਾਨੂੰਨ ਜਿਹੜੇ ਹੈਗੇ ਰੱਦ ਕਰੇ ਜਾਣ, ਠੀਕ ਹੈ। ਬਿਜਲੀ ਜਿਹੜਾ ਐਕਟ ਬਣਿਆ ਉਹ ਵੀ ਨਾਲ, ਅਤੇ ਫਿਰ ਨਾਲ ਉਹਨਾਂ ਨੇ ਗੱਲ ਕੀਤੀ ਜਦੋਂ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਮਾਲ ਗੱਡੀਆਂ ਚੱਲਣੀਆਂ ਚਾਹੀਦੀਆਂ ਨੇ, ਆਹ ਪ੍ਰੋਬਲਮਸ ਆ ਰਹੀਆਂ ਨੇ, ਤਾਂ ਕਿਸਾਨ ਇੱਕਦਮ ਟਰੈਕ ਤੋਂ ਹਟੇ ਹੈ। ਅਤੇ ਉਹ ਹੁਣ ਅੱਗੇ ਸ਼ਰਤ ਹੋਰ ਰੱਖਤੀ ਆ ਵੀ ਪੈਸੇਂਜਰ ਗੱਡੀਆਂ ਵੀ ਚੱਲਣਗੀਆਂ, ਅਤੇ ਪੈਸੇਂਜਰ ਗੱਡੀਆਂ ਤਾਂ ਪਹਿਲਾਂ ਕਰੋਨਾ ਦੇ ਵਿੱਚ ਵੀ ਬੰਦ ਹੀ ਸੀਗੀਆਂ, ਉਦੋਂ ਕੀ ਸੀਗਾ। ਅਤੇ ਇਹ ਮਤਲਬ ਸ਼ਰਤਾਂ ਦੇ ਉੱਤੇ ਸ਼ਰਤਾਂ ਲਾ ਕੇ ਇਹਨਾਂ ਨੂੰ ਐਂ ਵੀ ਹੌਲੀ ਹੌਲੀ ਅਸੀਂ ਅੱਜ ਇਹ ਸ਼ਰਤ ਮੰਨ ਜਾਣ, ਕੱਲ੍ਹ ਨੂੰ ਹੋਰ ਫਿਰ ਸਾਰਾ ਕੁਝ ਬਹਾਲ ਹੋ ਜੇ, ਬੈਠੇ ਰਹਿਣ ਦਿਓ। ਉਹ ਗੱਲ ਨਹੀਂ ਹੈਗੀ। ਕਿਸਾਨ ਇਸ ਗੱਲ ਤੋਂ ਬਚਦੇ ਨੇ। ਉਹ ਕਹਿੰਦੇ ਵੀ ਜੇ ਤੁਹਾਨੂੰ ਕਿਹਾ ਗਿਆ ਤੁਸੀਂ ਮਾਲ ਗੱਡੀਆਂ ਚਲਾਓ,
ਅਸੀਂ ਪੈਸੰਜਰ ਉਹ ਤੋਂ ਬਾਅਦ ਅਸੀਂ ਪੈਸੰਜਰਾਂ ਵਾਸਤੇ ਜਿਹੜੀ ਗੱਡੀਆਂ ਨੇ ਉਹਨਾਂ ਵਾਸਤੇ ਫੈਸਲਾ ਲੈ ਲਾਂਗੇ ਕੋਈ। ਪਰ ਉਹਨਾਂ ਨੂੰ ਐਂ ਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਸ਼ਰਤਾਂ ਲਾ ਕੇ ਇਹਨਾਂ ਦੇ ਉੱਤੇ ਇਹਨਾਂ ਨੂੰ ਹੌਲੀ ਹੌਲੀ ਸਾਰੀਆਂ ਚੀਜ਼ਾਂ ਬਹਾਲ ਕਰਵਾ ਲਈਏ ਅਤੇ ਅੰਦੋਲਨ ਆਪਣੇ ਆਪ ਠੰਡਾ ਹੋ ਜਾਏਗਾ। ਉਹ ਚੀਜ਼ਾਂ ਮੇਰੇ ਖਿਆਲ ਨਹੀਂ ਹੋਣ ਲੱਗੀਆਂ। ਹੁਣ ਉਸ ਕਿਸਾਨ ਜਿਹੜੇ ਹੈਗੇ ਨੇ ਉਹ ਅੜੇ ਹੋਏ ਨੇ, ਆਪਣੀ ਜਿੱਦ ਜਿਹੜੀ ਹੈ ਮਨਵਾ ਕੇ ਹਟਣਗੇ ਅਤੇ ਆਪਣਾ ਹੱਕ ਲੈ ਕੇ ਹਟਣਗੇ ਜੀ। ਭਗਵੰਤ ਮਾਨ ਦੀ ਜੇਕਰ ਗੱਲ ਕਰੀਏ ਤਾਂ ਭਗਵੰਤ ਮਾਨ ਵੀ ਜਿਹੜੇ ਹੈਗੇ ਆ ਆਪਣੇ ਤੰਜ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਰਹਿੰਦੇ ਨੇ। ਉਹ ਆਪਣੇ ਹੀ ਅੰਦਾਜ਼ 'ਚ ਤੰਜ ਕਰਦੇ ਨੇ। ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਅਡਾਨੀ ਤੇ ਅੰਬਾਨੀ ਗੈਂਗ ਦੇ ਮੈਂਬਰ ਨੇ। ਦੇਖੋ, ਪਹਿਲੀ ਤਾਂ ਇਹ ਗੱਲ ਇਹ ਸਪਸ਼ਟ ਹੋਣਾ ਚਾਹੀਦਾ ਕਿ ਐਸੀ ਕਿਹੜੀ ਪਾਰਟੀ ਹੈ ਜਿਹੜੀ ਵੱਡੇ ਅਦਾਰਿਆਂ ਤੋਂ ਬਿਨਾਂ ਚੱਲਦੀ ਹੋਵੇ। ਰਾਜਨੀਤਿਕ ਪਾਰਟੀ ਸਾਰਿਆਂ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਸਪੋਰਟ ਹੋ ਜਾਂਦੀ ਆ, ਠੀਕ ਹੈ ਜੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਭ ਨੂੰ ਪਤਾ ਹੀ ਆ। ਅਤੇ ਇਹ ਤਾਂ ਹੁਣ ਇੱਕ ਬਿਆਨਬਾਜ਼ੀ ਹੈਗੀ ਹੈ ਕਿ ਫਲਾਣੇ ਦਾ ਆਹ ਬੰਦਾ ਮਿੱਤਰ ਹੈ, ਦੋਸਤ ਹੈ, ਠੀਕ ਹੈ, ਸਾਰਿਆਂ ਦੇ ਸੰਬੰਧ ਹੁੰਦੇ ਹੀ ਨੇ। ਕੋਈ ਕਿਸੇ ਤਰ੍ਹਾਂ ਫਾਇਦਾ ਲੈ ਲੈਂਦਾ, ਕੋਈ ਕਿਸੇ ਤਰ੍ਹਾਂ ਲੈ ਲੈਂਦਾ। ਅਤੇ ਜਿਹੜੀ ਗੱਲ ਹੈਗੀ ਆ ਲੋਕ ਹਿੱਤਾਂ ਦੀ, ਉਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪਾਰਟੀ ਉਹਨਾਂ ਦੀ ਮੈਂਬਰ ਹੈ ਜਾਂ ਉਹਨਾਂ ਦੇ ਨਾਲ ਲੈ ਕੇ ਚੱਲਣ ਵਾਲੀ ਹੈ ਜਾਂ ਉਹਨਾਂ ਦਾ ਫਾਇਦਾ ਲੈ ਰਹੀ ਹੈ। ਫਾਇਦਾ ਦਿੰਦੇ ਹੀ ਨੇ, ਸਾਰੀਆਂ ਪਾਰਟੀਆਂ ਦਿੰਦੀਆਂ ਨੇ, ਐਂ ਕਹਿ ਲਓ। ਅਤੇ ਲੇਕਿਨ ਜੇ ਲੋਕ ਹਿੱਤਾਂ ਨੂੰ ਐਂ ਕਹਿ ਲਓ ਫਾਹੇ ਟੰਗ ਕੇ ਤੁਸੀਂ ਆਪਣੇ ਫਾਇਦੇ ਦੇਖਣੇ ਨੇ, ਫਿਰ ਮਾੜੀ ਗੱਲ ਹੁੰਦੀ ਹੈ। ਲੋਕ ਹਿੱਤ ਪਹਿਲਾਂ ਹੋਣੇ ਚਾਹੀਦੇ ਨੇ, ਠੀਕ ਹੈ। ਸਾਰਿਆਂ ਦੇ ਸਹਿਯੋਗ ਨਾਲ ਚੱਲਦੀਆਂ ਨੇ। ਕਿਤੇ ਪੈਸੇ ਦੀ ਲੋੜ ਹੈ, ਕਿਤੇ ਕਿਸੇ ਚੀਜ਼ ਦੀ ਲੋੜ ਆ, ਠੀਕ ਹੈ। ਲੇਕਿਨ ਕੇਵਲ ਵੱਡੇ ਅਦਾਰਿਆਂ ਨੂੰ, ਵੱਡੇ ਘਰਾਣਿਆਂ ਨੂੰ ਜਾ ਕੇ ਫਾਇਦਾ ਦੇਣਾ ਅਤੇ ਗਰੀਬ ਲੋਕਾਂ ਦੀ ਜਾਂ ਕਿਸਾਨਾਂ ਦੀ ਜਾਂ ਹੋਰ ਵਰਗਾਂ ਦੀ ਜਾ ਕੇ ਸੰਘੀ ਨੱਪਣੀ, ਉਹ ਗੱਲ ਗਲਤ ਆ। ਉਹਦੇ ਬਾਰੇ ਦੇਖੋ, ਪਾਲਿਸੀਆਂ ਹੋਣੀਆਂ ਚਾਹੀਦੀਆਂ ਨੇ। ਪਾਲਿਸੀ ਕੀ ਹੈ, ਨੀਤੀਆਂ ਕੀ ਨੇ, ਕਿਹੜੀ ਰਾਜਨੀਤਿਕ ਪਾਰਟੀ ਕਿਸ ਤਰ੍ਹਾਂ ਕਿਹੜੀ ਨੀਤੀ ਤਹਿਤ ਕੰਮ ਕਰ ਰਹੀ ਹੈ, ਕਿਹੜੀ ਨੀਤੀ ਲੈ ਕੇ ਆਊਗੀ, ਕਿਸ ਤਰ੍ਹਾਂ ਸਰਕਾਰ ਨੂੰ ਸਲਾਹ ਦੇ ਰਹੀ ਹੈ, ਸੁਝਾਅ ਦੇ ਰਹੀ ਹੈ, ਜਿਹਦੇ ਨਾਲ ਲੋਕਾਂ ਦਾ ਫਾਇਦਾ ਹੋ ਸਕੇ, ਲੋਕ ਜਿਹੜੇ ਹੈਗੇ ਉਹ ਖੁਸ਼ ਰਹਿ ਸਕਣ। ਉਹ ਚੀਜ਼ਾਂ ਛੱਡ ਕੇ ਅਸੀਂ ਬਿਆਨਬਾਜ਼ੀ 'ਤੇ ਤੁਰੇ ਹੋਏ ਹਾਂ। ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਨੇ, ਜਾਂ ਐਂ ਕਹਿ ਲਓ ਕਿ ਕਿਸਾਨ ਇਹਨਾਂ ਨੂੰ ਨੇੜੇ ਨਹੀਂ ਲਾ ਰਹੇ, ਸਾਰੇ ਰਾਜਨੀਤਿਕ ਆਗੂਆਂ ਨੂੰ, ਤਾਂ ਇਹ ਆਪਸੀ ਦੂਸ਼ਣਬਾਜ਼ੀ 'ਤੇ ਉਲਝੇ ਹੋਏ ਨੇ। ਹੋਣਾ ਤਾਂ ਇਹ ਚਾਹੀਦਾ ਹੈ ਕਿ ਪਾਲਿਸੀ ਬਣਾਈ ਜਾਵੇ, ਉੱਧਰ ਸਰਕਾਰ ਨੂੰ ਕਿਹਾ ਜਾ ਕਿ ਇਹ ਪਾਲਿਸੀ ਬਣਾਓ, ਅਸੀਂ ਤੁਹਾਡੇ ਨਾਲ ਤਿਆਰ ਹਾਂ। ਵਿਰੋਧੀ ਧਿਰ ਹੋਊਗੀ ਤਾਂ ਮਤਭੇਦ ਕਿਸਾਨ ਹਿੱਤਾਂ ਕਰਕੇ, ਲੋਕਾਂ ਕਰਕੇ, ਹੋਰ ਵਰਗਾਂ ਕਰਕੇ ਹੋ ਸਕਦੇ ਨੇ। ਨੀਤੀਆਂ ਗਲਤ ਬਣਾਈਆਂ ਨੇ, ਉਹਨਾਂ ਦੇ ਕਰਕੇ ਵਿਰੋਧ ਹੋ ਸਕਦੇ ਨੇ। ਤੁਸੀਂ ਦੂਜੇ ਪਾਸੇ ਦੂਸ਼ਣਬਾਜ਼ੀ ਕਰਕੇ ਨਾ ਗੱਲ ਕਰੋ। ਤੁਸੀਂ ਕਹੋ ਵੀ ਇਹਦਾ ਹੱਲ ਇਹ ਆ, ਇਹ ਹੱਲ ਲੈ ਕੇ ਆਵੇ, ਇਹਦੇ ਫਾਇਦੇ ਇਹ ਨੇ, ਅਸੀਂ ਇਹਦੇ ਨਾਲ ਖੜ੍ਹੇ ਹਾਂ, ਅਸੀਂ ਇਹਦਾ ਸਾਥ ਦੇਵਾਂਗੇ। ਵਿਧਾਨ ਸਭਾ ਦੇ ਵਿੱਚ ਵੀ ਜਿੱਥੇ ਵੀ ਸਰਕਾਰ ਮੰਗੂਗੀ ਸਹਿਯੋਗ ਦੇਵਾਂਗੇ। ਲੋਕਾਂ ਨੂੰ ਉਹਨਾਂ ਨੂੰ ਦੱਸਿਆ ਜਾਵੇ। ਗੱਲ ਹੈਗੀ ਆ ਮਸਲਾ ਹੱਲ ਕਰਨ ਦੀ, ਨਵਾਂ ਰਾਹ ਕੱਢਣ ਦੀ। ਇਹ ਦੂਸ਼ਣਬਾਜ਼ੀਆਂ ਤੋਂ ਤਾਂ ਗਰੇਜ਼ ਹੀ ਕਰਨਾ ਚਾਹੀਦਾ। ਇਹਦੇ ਵਿੱਚ ਇਹ ਹੋ ਸਕਦਾ ਕਿ ਅਸੀਂ ਸੁਰਖੀਆਂ 'ਚ ਆਏ ਰਹੀਏ, ਸਾਡੀਆਂ ਖਬਰਾਂ ਲੱਗਦੀਆਂ ਰਹਿਣ, ਹੋਰ ਫਾਇਦਾ ਕੋਈ ਨਹੀਂ ਹੋ ਸਕਦਾ। ਐਸਜੀਪੀਸੀ ਦੇ 100 ਸਾਲਾ ਸਥਾਪਨਾ ਦਿਵਸ ਦੇ ਮੌਕੇ ਜਿਹੜਾ ਜਥੇਦਾਰ ਸਾਹਿਬ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਸੀ, ਉਹ ਕਾਫੀ ਜ਼ਿਆਦਾ ਚਰਚਾਵਾਂ ਦੇ ਵਿੱਚ ਹੈ। ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਨੇ। ਭਾਜਪਾ ਦੀ ਸਰਕਾਰ ਦੇ ਉੱਪਰ, ਕੇਂਦਰ ਸਰਕਾਰ ਦੇ ਉੱਪਰ ਜਥੇਦਾਰ ਦੇ ਵੱਲੋਂ ਤੰਜ ਕੱਸੇ ਗਏ ਸੀ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਵਾਬੀ ਹਮਲਾ ਕੀਤਾ ਗਿਆ, ਜਵਾਬੀ ਜਿਹੜਾ ਦਿੱਤਾ ਗਿਆ ਹਰਜੀਤ ਗਰੇਵਾਲ ਦੇ ਵੱਲੋਂ। ਤਾਂ ਉਸ ਤੋਂ ਬਾਅਦ ਹੁਣ ਅਕਾਲੀ ਦਲ ਲੰਮੇ ਹੱਥੀ ਲੈ ਰਿਹਾ ਭਾਜਪਾ ਦੇ ਪੰਜਾਬ ਲੀਡਰਾਂ ਨੂੰ। ਤਾਂ ਕਿਵੇਂ ਦੇਖਦੇ? ਦੇਖੋ, ਜਥੇਦਾਰ ਦਾ ਜਿਹੜਾ ਅਹੁਦਾ ਹੈਗਾ, ਉਹ ਰੁਤਬਾ ਹੈਗਾ, ਉਹ ਫਿਲਹਾਲ ਦੀ ਘੜੀ ਮੈਂ ਕਹਿੰਦਾ ਲੋਕਾਂ ਦੇ, ਸਿੱਖ ਸੰਗਤ ਦੇ ਜਾਂ ਸਾਰਿਆਂ ਦੇ ਪੰਥ ਦੇ ਕਹਿ ਲਓ, ਉਹ ਸਮਝ ਤੋਂ ਬਾਹਰ ਆ, ਠੀਕ ਹੈ। ਉਹ ਕਿਹਦੀ ਆਪਾਂ ਕਹਿ ਸਕਦੇ ਕਿ ਕਿਹਦੇ ਲਈ ਜਾਂ ਕਿਸ ਧਿਰ ਦੀ ਪੱਖ ਆਪਣੇ ਮਨ 'ਚ ਰੱਖੀ ਬੈਠੇ ਨੇ, ਇਹ ਵੀ ਦੱਸਣਾ ਮੁਸ਼ਕਿਲ ਆ। ਕਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਦਿੰਦੇ ਨੇ ਆ ਕੇ ਸਟੇਜ ਦੇ ਉੱਤੇ, ਉਹਨਾਂ ਦੇ ਦਾਇਰੇ 'ਚ ਆਉਂਦੀ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ੍ਹ ਉਹਨਾਂ ਸ਼ਰੇਆਮ ਹੀ ਅਕਾਲੀ ਦਲ ਦੀ ਸਪੋਰਟ ਕਰਤੀ, ਇਹ ਤਾਂ ਫਿਰ ਹੁਣ ਪਤਾ ਹੀ ਆ ਵੀ ਕਿੱਧਰ ਝੁਕਾਅ ਹੈਗਾ ਉਹਨਾਂ ਦਾ। ਨਹੀਂ, ਝੁਕਾਅ ਦੀ ਗੱਲ ਹੋਰ ਹੁੰਦੀ ਆ। ਉਹ ਤਾਂ ਪਤਾ ਹੈ ਕਿ ਲਿਫਾਫੇ 'ਚੋਂ ਨਿਕਲਦੇ ਨੇ, ਸਭ ਨੂੰ ਪਤਾ ਹੈ। ਇਹਦੇ ਕਹਿਣਾ ਦੀ, ਇਹ ਗੱਲਾਂ ਹੁਣ ਕਰਨ ਦੀ ਲੋੜ ਨਹੀਂ ਹੁੰਦੀ। ਹੁਣ ਉਹਦੇ ਵਿੱਚ ਤਾਂ ਆਹੀ ਹੁੰਦਾ ਕਿ ਪਤਾ ਤਾਂ ਸਾਰਿਆਂ ਨੂੰ ਆ ਕਿ ਫਲਾਣੀ ਧਿਰ ਨੇ ਥਾਪਿਆ ਜਾਂ ਨਿਯੁਕਤ ਕੀਤਾ। ਹੁਣ ਗੱਲ ਤਾਂ ਇਹ ਹੈ ਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ ਆਪਣੀ ਕੁਰਸੀ ਬਚਾਉਣ ਲਈ ਫਿਰ ਆ ਗਏ ਨਾ, ਇਹ ਤਾਂ ਰੀਤ ਹੀ ਚੱਲ ਗਈ। ਫਿਰ ਇਹ ਤਾਂ ਹੁਣ ਰੀਤ ਚੱਲ ਗਈ ਵੀ ਆਪਣੇ ਆਕਾਂ ਨੂੰ ਖੁਸ਼ ਕਰਨ ਦੇ ਲਈ ਤੁਸੀਂ ਕੁਝ ਵੀ ਕਹਿ ਦਿਓ ਕਿਤੇ ਵੀ। ਤਾਂ ਗੱਲ ਇਹ ਨਹੀਂ ਹੈਗੀ, ਜੇ ਤੁਸੀਂ ਠੀਕ ਹੈ, ਬਿਆਨ ਦਿੱਤਾ ਹੈ, EVM ਦੇ ਉੱਤੇ ਬਿਆਨ ਦਿੱਤਾ ਹੈ ਤੁਸੀਂ, ਤਾਂ ਜੋ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਨੇ, ਜਦੋਂ ਜਿਹਨੂੰ ਤੁਸੀਂ ਪੰਥਕ ਪਾਰਟੀ ਜਾਂ ਮਾਂ ਪਾਰਟੀ ਕਹਿੰਦੇ ਹੋ, ਜਦੋਂ ਉਹਨਾਂ ਦੀਆਂ ਚੋਣਾਂ ਦੇ ਵਿੱਚ, ਖਾਸ ਕਰ SGPC ਦੀਆਂ ਚੋਣਾਂ ਦੇ ਵਿੱਚ ਨਸ਼ੇ ਦੀ ਵਰਤੋਂ ਹੁੰਦੀ ਹੈ, ਉਦੋਂ ਕਿਉਂ ਨਹੀਂ ਬਿਆਨਬਾਜ਼ੀ ਆਉਂਦੀ ਸਾਹਮਣੇ? ਜਾਂ ਇਹ ਕਹਿ ਲਓ ਕਿ ਇਹਨਾਂ ਦੇ ਵੇਲੇ ਕੋਈ ਚੋਣ ਨਹੀਂ ਹੋਈ ਤਾਂ ਕਰਕੇ ਨਹੀਂ ਬਿਆਨਬਾਜ਼ੀ ਦੇ ਬਹਾਨਾ ਇਹ ਲਾ ਸਕਦੇ ਨੇ। ਲੇਕਿਨ ਜੋ ਚੋਣਾਂ ਹੋਈਆਂ ਨੇ ਉਹਨਾਂ ਦੇ ਉੱਪਰ ਤਾਂ ਬਿਆਨਬਾਜ਼ੀ ਹੋ ਸਕਦੀ ਆ। ਅਤੇ ਬਾਕੀ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਆ ਕੇ ਕਿਉਂ ਨਹੀਂ ਬਿਆਨਬਾਜ਼ੀ ਕਰਦੇ? ਇਹ ਉਦੋਂ ਕਿਉਂ ਚੁੱਪ ਕਰਕੇ ਬਹਿ ਜਾਂਦੇ ਨੇ? ਹਰਜੀਤ ਗਰੇਵਾਲ ਦੇ ਨਾਲ ਵਿਵਾਦ ਚੱਲ ਰਿਹਾ। ਹਰਜੀਤ ਗਰੇਵਾਲ ਨੇ ਤਾਂ ਇਸ ਗੱਲ ਦਾ ਜਵਾਬ ਦਿੱਤਾ ਕਿ ਉਹ ਜਿਹੜੀ
ਜਥੇਦਾਰੀ ਹੈ ਉਹਦੇ ਦਾਇਰੇ 'ਚ ਨਹੀਂ ਆਂਦਾ ਇਹ। ਇਦਾਂ ਕਹਿਣਾ ਕਿਸੇ ਧਿਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਬੀਜੇਪੀ ਨੂੰ, ਉਹ ਤਾਂ ਸਿੱਧੀ ਗੱਲ ਕਰਦੇ ਨੇ। ਪਰ ਉਹਨਾਂ ਦਾ ਵੀ ਜਦੋਂ ਸਿਆਸੀ ਪਾਰਟੀਆਂ ਦੇ ਕਿਸੇ ਇੱਕ ਧਿਰ ਬਣ ਕੇ ਤੁਸੀਂ ਬਿਆਨ ਦਿਓਗੇ ਤਾਂ ਦੂਜੀਆਂ ਸਿਆਸੀ ਪਾਰਟੀਆਂ ਤੁਹਾਡੇ ਤੇ ਅਟੈਕ ਕਰਨਗੀਆਂ ਹੀ, ਉਹਨਾਂ ਨੂੰ ਵੀ ਹੱਕ ਮਿਲ ਜਾਂਦਾ। ਤੇ ਜੇ ਜਦ ਕਿ ਜਥੇਦਾਰ ਸਭ ਦਾ ਸਾਂਝਾ ਹਾਂ ਬੀਜੇਪੀ ਦਾ ਆਧਾਰ ਤੁਸੀਂ ਮੰਨਦੇ ਹੋ ਕਿ ਆਰਐਸਐਸ ਨਾਲ ਬੀਜੇਪੀ ਆਪਣੇ ਪੈਰ ਪਸਾਰ ਰਹੀ ਹੈ। ਹੁਣ ਅੱਜ ਆਰਐਸਐਸ ਦਿਖਣ ਲੱਗ ਗਈ ਇਹਨਾਂ ਨੂੰ। ਜਦੋਂ ਪਹਿਲਾਂ ਚੱਲਦਾ ਸੀ ਅਕਾਲੀ ਦਲ ਦਾ, ਜਦੋਂ ਸਿੱਖ ਸੰਗਤ ਰੌਲਾ ਪਾਉਂਦੀ ਸੀ, ਜਦੋਂ ਪੰਥ ਪੂਰਾ ਇਕੱਠਾ ਹੋ ਕੇ ਰੌਲਾ ਪਾਉਂਦਾ ਹੈ, ਦੂਜੀਆਂ ਧਿਰਾਂ ਰੌਲਾ ਪਾਉਂਦੀਆਂ ਨੇ ਆ ਕੇ ਕਿ ਆਰਐਸਐਸ ਦੇ ਗਲਵੇ ਹੇਠ ਹੈ ਸਾਰਾ ਕੁਝ, ਉਦੋਂ ਤਾਂ ਮੰਨਦੇ ਨਹੀਂ। ਜਦੋਂ ਤੱਕ ਜਿੰਨਾ ਚਿਰ ਅਕਾਲੀ ਦਲ ਦਾ ਗੱਠਜੋੜ ਚੱਲਦਾ ਰਿਹਾ ਉਹਨਾਂ ਟਾਈਮ ਇਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਹੁਣ ਗੱਠਜੋੜ ਟੁੱਟ ਗਿਆ, ਹੁਣ ਇਹਨਾਂ ਨੂੰ ਪਰਵਾਹ ਵੀ ਹੋ ਗਈ। ਹਾਂ, ਹੁਣ ਜਦੋਂ ਗੱਠਜੋੜ ਟੁੱਟ ਗਿਆ, ਹੁਣ ਆਰਐਸਐਸ ਵੀ ਦਿਖ ਰਹੀ ਹੈ, ਹੁਣ ਬੀਜੇਪੀ ਦੀਆਂ ਨੀਤੀਆਂ ਵੀ ਦਿਖ ਰਹੀਆਂ ਨੇ। ਪਹਿਲਾਂ ਨੀਤੀਆਂ ਕਿੱਥੇ ਸੀਗੀਆਂ? ਪਹਿਲਾਂ ਕੀ ਪੰਜਾਬ ਮਾਰੂ ਨੀਤੀਆਂ ਨਹੀਂ ਸੀਗੀਆਂ? ਜਾਂ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਆਈ ਹੈ ਜਿਹਨੇ ਪੰਜਾਬ ਨਾਲ ਐਦਾਂ ਖੇਡਿਆ ਨਹੀਂ, ਜਾਂ ਪੰਜਾਬ ਨਾਲ ਧੋਖੇ ਨਹੀਂ ਕੀਤੇ, ਜਾਂ ਪੰਜਾਬ ਨਾਲ ਦਗਾ ਨਹੀਂ ਕੀਤਾ, ਜਾਂ ਪੰਜਾਬ ਨੂੰ ਉਹਨਾਂ ਦਾ ਬਣਦਾ ਹੱਥ ਦਿੰਦੀਆਂ ਹੀ ਰਹੀਆਂ ਨੇ? ਕੋਈ ਵੀ ਸਰਕਾਰ ਆ, ਆਪਾਂ ਕਿ ਬੀਜੇਪੀ ਤੇ ਨਿਸ਼ਾਨਾ ਕਿਉਂ ਰੱਖਦੇ ਹਾਂ? ਸੈਂਟਰ ਦੇ ਵਿੱਚ ਹੁਣ ਤੱਕ ਤੁਸੀਂ 25-30 ਸਾਲ ਤਾਂ ਆਪਾਂ ਹੁਣ ਦੇਖਦੇ ਹੋਗੇ ਰੌਲਾ ਪੈਂਦਾ ਹੈ ਵੀ ਪੰਜਾਬ ਨਾਲ ਕਦੇ ਇਨਸਾਫ ਹੋਇਆ ਹੀ ਨਹੀਂ, ਧੱਕਾ ਹੁੰਦਾ ਆ। ਉਦੋਂ ਤੱਕ ਕਿਉਂ ਨਹੀਂ ਜ਼ੁਬਾਨ ਖੁੱਲੀ ਕਦੇ ਅੱਜ ਤੱਕ? ਜਦੋਂ ਤੁਸੀਂ ਉਹਦੇ ਤੇ ਆ ਕੇ ਬੈਠ ਗਏ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕਦੇ ਕਿਸੇ ਦੇ ਖਿਲਾਫ ਬੋਲਿਆ ਇੱਦਾਂ ਵੀ ਹਾਂ ਫਲਾਣੀ ਸਰਕਾਰ ਨੇ ਆਹ ਕੀਤਾ ਸੀਗਾ ਜਾਂ ਦੂਜੀ ਸਰਕਾਰ ਨੇ ਆਹ ਕੀਤਾ ਸੀ? ਅੱਜ ਆ ਕੇ ਤੰਜ ਕਸਣੇ ਤਾਂ ਅੱਜ ਤੁਸੀਂ ਦੇਖ ਲਿਆ ਗੱਠਜੋੜ ਟੁੱਟ ਗਿਆ ਤੇ ਸਾਨੂੰ ਆਪਣਾ ਅਹੁਦਾ ਪਿਆਰਾ, ਸਾਨੂੰ ਕੁਰਸੀ ਪਿਆਰੀ, ਬਿਆਨ ਦੇ ਦਿਓ। ਸੋ ਇੱਦਾਂ ਮੰਦਭਾਗਾ ਹੈਗਾ ਇਹ। ਇੱਦਾਂ ਦੇ ਬਿਆਨ ਜਿਹੜੀ ਹੈਗੇ ਸ਼ੋਭਾ ਨਹੀਂ ਦਿੰਦੇ। ਤਾਂ ਇੱਦਾਂ ਦੂਜੀਆਂ ਸਿਆਸੀ ਪਾਰਟੀਆਂ ਵੀ ਉਂਗਲ ਚੱਕਣਗੀਆਂ, ਮੌਕਾ ਮਿਲ ਜਾਂਦਾ ਹੈ। ਗੱਲਬਾਤ ਕਰਨ ਲਈ ਧੰਨਵਾਦ। ਸ਼ੁਕਰੀਆ ਜੀ। ਤਾਂ ਇਹ ਸਨ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਦੇ ਵੱਲੋਂ ਕੁਝ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।